हकीकत ये है कि सरकार ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਇੱਕ ਡਿਕਟੇਟਰਸ਼ਿਪ ਰਸਤਾ ਅਖਤਿਆਰ ਕਰ ਰਹੀ ਹੈ ਔਰ ਕਰ ਚੁੱਕੀ ਹੈ। ਲੇਕਿਨ ਇਹ ਗੱਲ ਬੜੀ ਸਪਸ਼ਟ ਹੈ ਤੇ ਕਲੀਅਰ ਹੈ ਕਿ ਜਿਸ ਤਰੀਕੇ ਦੇ ਨਾਲ ਪਬਲਿਕ ਜਾਗ ਰਹੀ ਹੈ, ਪਬਲਿਕ ਦਾ ਦਬਾਅ ਵੱਧ ਰਿਹਾ ਹੈ ਸਰਕਾਰ ਦੇ ਉੱਤੇ, ਇੱਕ ਨਾ ਇੱਕ ਦਿਨ ਸਰਕਾਰ ਨੂੰ ਲੋਕਾਂ ਦੇ ਇਸ ਰੋਹ ਦੇ ਸਾਹਮਣੇ, ਲੋਕਾਂ ਦੀ ਇਸ ਗੁੱਸੇ ਦੇ ਸਾਹਮਣੇ, ਇਹ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਇਹ ਮੰਨਣੀਆਂ ਪੈਣੀਆਂ। ਜਿਹੜਾ ਕਾਨੂੰਨ ਜਿਨ੍ਹਾਂ ਲੋਕਾਂ ਦੇ ਲਈ ਬਣਾਇਆ ਜਾਂਦਾ ਹੈ, ਕੀ ਉਹ ਕਾਨੂੰਨ ਦੀ ਉਹ ਲੋਕ ਮੰਗ ਕਰਦੇ ਆ, ਉਹ ਲੋਕ ਚਾਹੁੰਦੇ ਆ? ਅਗਰ ਉਹ ਜਿਨ੍ਹਾਂ ਲੋਕਾਂ ਦੀ ਖਾਤਰ ਕਾਨੂੰਨ ਬਣਾਇਆ ਗਿਆ, ਅਗਰ ਉਹ ਲੋਕ ਹੀ ਨਹੀਂ ਚਾਹੁੰਦੇ ਔਰ ਉਹ ਕਾਨੂੰਨ ਦਾ ਬਣਾਇਆ ਜਾਣਾ ਕਿ ਵੀ ਵਾਜਬ ਗੱਲ, ਕਿੱਧਰਲੀ ਵਾਜਬ ਗੱਲ ਹੈ ਪ੍ਰਧਾਨ ਮੰਤਰੀ ਜੀ ਦੀ? ਜਦੋਂ ਕਿਸਾਨ ਦੀ ਫਸਲ ਦਾ ਰੇਟ ਨਾ ਵਟਿਆ ਗਿਆ, ਪੈਸੇ ਨਾ ਵਟੇ, ਕਿਸਾਨ ਸਿਰ ਕਰਜ਼ਾ ਵਧੇਗਾ ਹੀ ਵਧੇਗਾ। ਜਦੋਂ ਕਿਸਾਨ ਸਿਰ ਕਰਜ਼ਾਈ ਹੋਇਆ, ਕਿਸਾਨ ਨਾ ਉਹਨੂੰ ਕੋਈ ਬੈਂਕ ਕਰਜ਼ਾ ਦੇਗਾ, ਨਾ ਉਹਨੂੰ ਕੋਈ ਆੜਤੀਆ ਕਰਜ਼ਾ ਦੇਗਾ। ਜਦੋਂ ਕਿਸਾਨ ਨੂੰ ਕਿਸੇ ਨੇ ਕਰਜ਼ਾ ਨਾ ਦਿੱਤਾ, ਉਸ ਤੋਂ ਬਾਅਦ ਫਿਰ ਕਾਰਪੋਰੇਟ ਲੋਕ ਆ ਕੇ ਇੱਥੇ ਐਗਰੀਕਲਚਰ ਨੂੰ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਉਹ ਇੱਥੇ ਖੇਤੀ ਕਰਨ ਦੀ ਗੱਲ ਕਰਨਗੇ। ਗੱਲ ਇਹੀ ਹੈ ਕਿ ਬਾਹਰ ਬੈਠਾ ਕਿਸਾਨ ਸਰਕਾਰ ਨੂੰ ਦਿਸ ਨਹੀਂ ਰਿਹਾ ਤਾਂ ਬਜਟ ਦੀ ਇਹਦੀ ਦੁਹਾਈ ਪਿੱਟੀ ਜਾ ਰਹੀ ਹੈ। ਮੈਂ ਕਹੂੰਗਾ ਕਿ ਬਜਟ ਦੀ ਗੱਲ ਇੱਥੇ ਨਹੀਂ ਕਰਨੀ ਚਾਹੀਦੀ ਔਰ ਜਿਹੜੀ ਆਵਾਜ਼ ਕਿਸਾਨ ਕਹਿ ਰਿਹਾ ਹੈ ਉਹਦੀ ਕਿਸਾਨ ਦੀ ਆਵਾਜ਼ ਅੰਦਰ ਉਠਾਈ ਜਾ ਰਹੀ ਹੈ ਤਾਂ ਉਹ ਮੈਂ ਕਹੂੰਗਾ ਕਿ ਬਹੁਤ ਵਧੀਆ ਗੱਲ ਹੈ ਔਰ ਉਹਦੇ ਉੱਤੇ ਮਤਲਬ ਉਠਾਉਣਾ ਚਾਹੀਦਾ ਹੈ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜ ਚੁੱਕੇ ਹੋ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ। ਮਹਾ ਪੰਚਾਇਤ ਬੁਲਾਈ ਗਈ ਸੀਗੀ ਬਹਾਦਰਗੜ੍ਹ ਦੇ ਵਿੱਚ ਤੇ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਕਿ ਅਸੀਂ ਜਿੱਤਾਂਗੇ, ਹਾਰ ਮੰਨ ਕੇ ਨਹੀਂ ਜਾਣ ਵਾਲੇ। ਡੱਲੇਵਾਲ ਸਾਹਿਬ ਮੇਰੇ ਨਾਲ ਨੇ। ਡੱਲੇਵਾਲ ਸਾਹਿਬ, ਇੱਕ ਚੀਜ਼ ਦੱਸੋ, ਕੀ ਲੱਗਦਾ ਮਹਾ ਪੰਚਾਇਤ ਬੁਲਾ ਕੇ ਇੱਕ ਪਾਸੇ ਸੰਸਦ ਦੇ ਵਿੱਚ ਘਿਰਾਓ ਹੁੰਦਾ ਪਿਆ ਸਰਕਾਰ ਦਾ, ਦੂਜੇ ਪਾਸੇ ਮਹਾ ਪੰਚਾਇਤਾਂ ਸੱਦੀਆਂ ਜਾ ਰਹੀਆਂ, ਸਰਕਾਰਾਂ ਦੇ ਉੱਤੇ ਦਬਾਅ ਬਣਾਇਆ ਜਾਏਗਾ ਕਿਉਂਕਿ ਮੀਟਿੰਗਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਸਟਾਪੇਜ ਲੱਗ ਚੁੱਕੀ ਹੈ? ਦੇਖੋ, ਹਕੀਕਤ ਇਹ ਹੈ ਕਿ ਸਰਕਾਰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਇੱਕ ਡਿਕਟੇਟਰਸ਼ਿਪ ਰਸਤਾ ਅਖਤਿਆਰ ਕਰ ਰਹੀ ਹੈ ਔਰ ਕਰ ਚੁੱਕੀ ਹੈ। ਲੇਕਿਨ ਇਹ ਗੱਲ ਬੜੀ ਸਪਸ਼ਟ ਹੈ ਤੇ ਕਲੀਅਰ ਹੈ ਕਿ ਜਿਸ ਤਰੀਕੇ ਦੇ ਨਾਲ ਪਬਲਿਕ ਜਾਗ ਰਹੀ ਹੈ, ਪਬਲਿਕ ਦਾ ਦਬਾਅ ਵੱਧ ਰਿਹਾ ਹੈ ਸਰਕਾਰ ਦੇ ਉੱਤੇ, ਇੱਕ ਨਾ ਇੱਕ ਦਿਨ ਸਰਕਾਰ ਨੂੰ ਲੋਕਾਂ ਦੇ ਇਸ ਰੋਹ ਦੇ ਸਾਹਮਣੇ, ਲੋਕਾਂ ਦੀ ਇਸ ਗੁੱਸੇ ਦੇ ਸਾਹਮਣੇ, ਇਹ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਇਹ ਮੰਨਣੀਆਂ ਪੈਣੀਆਂ। ਇਹ ਲੰਬੀ ਲੜਾਈ ਜ਼ਰੂਰ ਲੜੀ ਜਾ ਸਕਦੀ ਹੈ। ਸਰਕਾਰ ਸ਼ਾਤਰ ਹੈ, ਹਰ ਤਰ੍ਹਾਂ ਦੇ ਹੱਥਕੰਡੇ ਅਜ਼ਮਾਉਣ ਦੀ ਕੋਸ਼ਿਸ਼ ਕਰਦੀ ਹੈ। ਜਿਸ ਤਰ੍ਹਾਂ 26 ਤਰੀਕ ਨੂੰ ਇਹਨਾਂ ਨੇ ਆਪਣੇ ਹੱਥਕੰਡੇ ਵਰਤੇ ਹੈ, ਇਸੇ ਤਰ੍ਹਾਂ ਬੜੇ ਤਰੀਕੇ ਇਹਨਾਂ ਕੋਲੇ ਜਾਣਦੀ ਹੈ ਸਰਕਾਰ ਤਰ੍ਹਾਂ ਦੇ ਹੱਥਕੰਡੇ ਵਰਤਣੇ। ਲੇਕਿਨ ਮੈਨੂੰ ਐਸਾ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਇੱਥੇ ਅੱਜ ਹਰਿਆਣੇ ਦੇ ਲੋਕਾਂ ਨੇ, ਹਰਿਆਣੇ ਦੇ ਵੀਰਾਂ ਨੇ ਜਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ 26 ਤਰੀਕ ਤੋਂ ਬਾਅਦ ਫਿਰ ਦੁਬਾਰਾ ਹੁਲਾਰਾ ਦਿੱਤਾ ਹੈ ਔਰ ਪੂਰੇ ਪਿਆਰ ਦੇ ਨਾਲ ਇਹਨੂੰ ਆਪਣਾ ਅੰਦੋਲਨ ਮੰਨ ਕੇ ਚਲਾ ਰਹੇ ਨੇ, ਇਸ ਗੱਲ ਤੋਂ ਸਪਸ਼ਟ ਹੈ ਕਿ ਸਰਕਾਰ ਨੂੰ 100% ਲੋਕਾਂ ਦੀ ਇਸ ਅੰਦੋਲਨ ਦੇ ਸਾਹਮਣੇ ਝੁਕਣਾ ਪਏਗਾ ਔਰ ਝੁਕੇਗੀ ਸਰਕਾਰ। ਡੱਲੇਵਾਲ ਸਾਹਿਬ, ਇੱਕ ਚੀਜ਼ ਦੱਸੋ, ਮਹਾ ਪੰਚਾਇਤ ਹੁੰਦੀ ਪਈ ਆ, ਲੀਡਰ ਥਾਂ ਤੇ ਜਾਂਦੇ ਵੀ ਪਏ ਆ, ਪਰ ਜਿਸ ਕੌਨਫੀਡੈਂਸ ਦੇ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿੰਦੇ ਆ ਕਿ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਤੁਹਾਨੂੰ ਜਿਸ ਤਰੀਕੇ ਦੇ ਨਾਲ ਜਿਹੜੀਆਂ ਵੀ ਖਰਾਬੀਆਂ ਨਜ਼ਰ ਆਉਂਦੀਆਂ ਸਾਡੇ ਨਾਲ ਆ ਕੇ ਗੱਲਬਾਤ ਕਰ ਲਵੋ। ਉਹਨਾਂ ਨੇ ਇੱਥੋਂ ਤੱਕ ਇਹ ਕਹਿ ਦਿੱਤਾ ਕਿ ਉਹਨਾਂ ਬਕਾਇਦਾ ਬਾਕੀ ਸਾਰੇ ਕਾਨੂੰਨਾਂ ਦੇ ਨਾਮ ਵੀ ਗਿਣਾਏ। ਉਹਨਾਂ ਨੇ ਕਿਹਾ ਕਿ ਜਦੋਂ ਉਹ ਕਾਨੂੰਨ ਲਾਗੂ ਹੋਏ ਸੀਗੇ ਉਹਦੇ 'ਚ ਇਹ ਪੁੱਛਿਆ ਨਹੀਂ ਗਿਆ ਸੀਗਾ, ਸਿਰਫ ਪ੍ਰਗਤੀਸ਼ੀਲ, ਸਾਫ਼ ਤੌਰ 'ਤੇ ਜਿਹੜਾ ਸ਼ਬਦ ਵਰਤਿਆ ਗਿਆ, ਕਹਿੰਦੇ ਪ੍ਰਗਤੀਸ਼ੀਲ ਸਮਾਜ ਦੇ ਲਈ ਉਹ ਕਾਨੂੰਨ ਜਿਹੜੇ ਸੀ ਜ਼ਰੂਰੀ ਸੀਗੇ। ਕਹਿੰਦੇ ਕਿ ਕਾਨੂੰਨ ਆਪਸ਼ਨਲ ਨੇ। ਇਸ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਇਹ ਸਰਕਾਰ ਦੀ ਪਹਿਲੀ ਤਾਂ ਗੱਲ ਆਪਸ਼ਨਲ ਕਹਿਣਾ ਗਲਤ ਹੈ, ਆਪਸ਼ਨਲ ਵਾਲੀ ਕੋਈ ਗੱਲ ਨਹੀਂ ਹੈ। ਦੂਸਰੀ ਜਿਹੜੀ ਗੱਲ ਹੈ ਕਿ ਜਿਹੜਾ ਕਾਨੂੰਨ ਜਿਨ੍ਹਾਂ ਲੋਕਾਂ ਦੇ ਲਈ ਬਣਾਇਆ ਜਾਂਦਾ ਹੈ, ਕੀ ਉਹ ਕਾਨੂੰਨ ਦੀ ਉਹ ਲੋਕ ਮੰਗ ਕਰਦੇ ਆ, ਉਹ ਲੋਕ ਚਾਹੁੰਦੇ ਆ? ਅਗਰ ਉਹ ਜਿਨ੍ਹਾਂ ਲੋਕਾਂ ਦੀ ਖਾਤਰ ਕਾਨੂੰਨ ਬਣਾਇਆ ਗਿਆ, ਅਗਰ ਉਹ ਲੋਕ ਹੀ ਨਹੀਂ ਚਾਹੁੰਦੇ ਔਰ ਉਹ ਕਾਨੂੰਨ ਦਾ ਬਣਾਇਆ ਜਾਣਾ ਕਿ ਵੀ ਵਾਜਬ ਗੱਲ, ਕਿੱਧਰਲੀ ਵਾਜਬ ਗੱਲ ਹੈ ਪ੍ਰਧਾਨ ਮੰਤਰੀ ਜੀ ਦੀ? 1 ਨੰਬਰ 2, ਸੰਵਿਧਾਨ ਦੇ ਮੁਤਾਬਕ ਇਹ ਕਾਨੂੰਨ ਬਣਾਉਣ ਦਾ ਰਾਈਟ ਐਗਰੀਕਲਚਰ ਦੇ ਉੱਤੇ ਜਾਂ ਮਾਰਕੀਟਿੰਗ ਦੇ ਉੱਤੇ ਕਾਨੂੰਨ ਬਣਾਉਣ ਦਾ ਜੇ ਰਾਈਟ ਹੈ ਨਾ, ਉਹ ਕੇਵਲ ਰਾਜ ਸਰਕਾਰ ਨੂੰ ਹੋਇਆ ਕਰਦਾ ਹੈ। ਸੈਂਟਰ ਗਵਰਨਮੈਂਟ ਨੂੰ ਕੋਈ ਰਾਈਟ ਨਹੀਂ ਹੈ ਔਰ ਸੈਂਟਰ ਗਵਰਨਮੈਂਟ ਨੇ ਸਾਡੇ ਸੰਵਿਧਾਨ ਦੀ ਉਲੰਘਣਾ ਕਰਕੇ ਬਣਾਇਆ ਹੈ। ਇਸ ਕਰਕੇ ਸਰਕਾਰ ਨੂੰ ਵੈਸੇ ਹੀ ਦੇਖੋ, ਜਦੋਂ ਜਿਨ੍ਹਾਂ ਲੋਕਾਂ ਦੀ ਖਾਤਰ ਕਾਨੂੰਨ ਬਣਾਇਆ ਹੋਵੇ ਉਹ ਲੋਕ ਕਹਿਣ ਵੀ ਸਾਡੇ ਵਾਸਤੇ ਨਹੀਂ ਠੀਕ ਹੈ, ਸਾਨੂੰ ਨਹੀਂ ਚਾਹੀਦਾ, ਤਾਂ ਸਰਕਾਰ ਨੂੰ ਵਾਪਸ ਲੈ ਲੈਣਾ ਚਾਹੀਦਾ। ਇੰਨੀ ਜ਼ਿਆਦਾ ਤੇ ਇਸ ਤਰ੍ਹਾਂ ਦਾ ਜਿਹੜਾ ਰਵੱਈਆ ਹੈ ਸਰਕਾਰ ਦਾ, ਜਿੱਦੀ ਰਵੱਈਆ ਜਾਂ ਇਹਨੂੰ ਕਹਿ ਲਈਏ
ਆਪਣੀ ਮੁੱਛ ਦਾ ਸਵਾਲ ਬਣਾ ਕੇ ਬੈਠਣਾ ਸਰਕਾਰ ਲਈ ਇਹ ਗਲਤ ਹੈ। ਇਹ ਕਿਤੇ ਨਾ ਕਿਤੇ ਜਾ ਕੇ ਸਰਕਾਰ ਨੂੰ ਹੀ ਭਾਰਾ ਪਊ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ। ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਸੰਸਦ ਦੇ ਵਿੱਚ ਘੇਰਦੀਆਂ ਪਈਆਂ ਸਰਕਾਰ ਨੂੰ, ਖੁਸ਼ ਹੋਣ ਉਹਦੇ ਇਸ ਕੰਮ ਤੋਂ ਖੁਸ਼ੀ ਆ? ਨਹੀਂ, ਦੇਖੋ ਗੱਲ ਕੀ ਹੈ, ਜਿੰਨਾ ਕੁ ਆਪੋਜੀਸ਼ਨ 'ਚ ਪਾਵਰ ਹੈ ਉਹਦੇ ਮੁਤਾਬਕ ਉਹ ਕਰ ਰਹੀਆਂ ਨੇ ਜਿੰਨਾ ਕੁ ਕਰ ਸਕਦੀਆਂ ਨੇ। ਕੀ ਲੱਗਦਾ ਆਪੋਜੀਸ਼ਨ 'ਚ ਕਿੰਨੀ ਪਾਵਰ ਹੈ? ਕਿਉਂਕਿ ਬੀਜੇਪੀ ਦੀ ਸਰਕਾਰ ਦਾ ਇਹ ਵੀ ਨਾਰਾ ਰਿਹਾ ਕਿ ਕਾਂਗਰਸ ਮੁਕਤ ਭਾਰਤ ਚਾਹੀਦਾ ਸਾਨੂੰ। ਮੈਂ ਇਹੀ ਗੱਲ ਕਹਿ ਰਿਹਾ ਨਾ ਕਿ ਜਦੋਂ ਉਹਨਾਂ ਦੀ ਜਿਹੜਾ ਆਪੋਜੀਸ਼ਨ ਹੈ ਸਟਰੋਂਗ ਆਪੋਜੀਸ਼ਨ ਨਹੀਂ ਹੈ, ਆਪੋਜੀਸ਼ਨ ਸਟਰੋਂਗ ਨਹੀਂ ਹੈ, ਆਪੋਜੀਸ਼ਨ ਕਮਜ਼ੋਰ ਹੈ। ਕਮਜ਼ੋਰ ਆਪੋਜੀਸ਼ਨ ਦੇ ਹੁੰਦਿਆਂ ਵੀ ਆਵਾਜ਼ ਵੱਡੀ ਪੱਧਰ ਦੇ ਉੱਤੇ ਉੱਠ ਰਹੀ ਹੈ। ਅੰਦਰ ਬਾਹਰ ਕਿਸਾਨ ਅੰਦੋਲਨ ਕਰ ਰਹੇ ਨੇ, ਜਿਸ ਤਰ੍ਹਾਂ ਅੱਜ ਆ ਜਿਹੜੀਆਂ ਖਾਪਾਂ ਨੇ ਜਾ ਕੇ ਮਤਲਬ ਮਹਾਸਭਾ ਕਰਨੀਆਂ ਸ਼ੁਰੂ ਕੀਤੀਆਂ ਔਰ ਇਹਦਾ ਸਾਰੇ ਦੇ ਸਾਰੇ ਸਿਨੈਰੀਓ ਨੇ ਮਤਲਬ ਨੇ ਚੇਂਜ ਕਰਨਾ ਹੈ। ਦੇਖੋਗੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਇਸ ਪ੍ਰੈਸ਼ਰ ਨੂੰ ਕਬੂਲਣਾ ਪੈਣਾ ਹੈ, ਸਮਾਂ ਲੱਗ ਸਕਦਾ ਪ੍ਰੈਸ਼ਰ ਕਬੂਲੇਗੀ ਸਰਕਾਰ। ਰਵਨੀਤ ਬਿੱਟੂ ਤੇ ਅਨੁਰਾਗ ਠਾਕੁਰ ਦੇ ਵਿੱਚ ਤੂੰ ਮੈਂ ਹੋਈ। ਰਵਨੀਤ ਬਿੱਟੂ ਦਾ ਕਹਿਣਾ ਸੀਗਾ ਕਿ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਕਿ ਕਬਜ਼ਾ ਹੋ ਜਾਏਗਾ ਜ਼ਮੀਨਾਂ ਦੇ ਉੱਤੇ। ਅਨੁਰਾਗ ਠਾਕੁਰ ਖੜੇ ਹੁੰਦੇ ਉਹ ਕਹਿੰਦੇ ਕਿ ਕੋਈ ਇੱਕ ਇਹੋ ਜਿਹਾ ਕਲੌਜ਼, ਕੋਈ ਇਹੋ ਜਿਹਾ ਇੱਕ ਸਬ ਕਲੌਜ਼ ਦੱਸ ਦਿਓ ਜਿੱਥੇ ਲਿਖਿਆ ਹੋਵੇ ਕਿ ਕਬਜ਼ਾ ਹੋਏਗਾ ਜ਼ਮੀਨਾਂ ਦੇ ਉੱਤੇ, ਕਬਜ਼ਾ ਹੋਏਗਾ। ਤੂੰ ਮੈਂ ਕਾਫੀ ਮੈਂ ਦੱਸਦਾ ਕਬਜ਼ਾ ਹੋਏਗਾ ਕਿਸ ਤਰੀਕੇ ਨਾਲ ਹੋਏਗਾ। ਸਭ ਤੋਂ ਪਹਿਲੀ ਤਾਂ ਜਿਹੜੀ ਹੈ ਮੰਡੀ ਸਿਸਟਮ, ਪ੍ਰਾਈਵੇਟ ਮੰਡੀ ਆਏਗੀ, ਸਰਕਾਰੀ ਮੰਡੀ ਬਰਬਾਦ ਹੋਏਗੀ। ਜਦੋਂ ਸਰਕਾਰੀ ਮੰਡੀ ਬਰਬਾਦ ਹੋਏਗੀ ਤਾਂ MSP ਦੇ ਜਿਹੜਾ ਰੇਟ ਤੇ ਫਸਲ ਚੱਕੀ ਜਾਂਦੀ ਹੈ, FCI ਜਿਹੜੀ ਖਰੀਦਦੀ ਹੈ, FCI ਦਾ ਢਾਂਚਾ ਟੁੱਟੇਗਾ। ਜਦੋਂ FCI ਟੁੱਟੀ ਤਾਂ ਫਿਰ ਸਾਡੀ ਫਸਲ ਦਾ ਰੇਟ ਵੀ ਜਿਵੇਂ ਬਿਹਾਰ ਦੇ ਵਿੱਚ ਜਾਂ UP ਦੇ ਵਿੱਚ ਫਸਲਾਂ ਮਤਲਬ ਆਉਣੇ ਪਾਉਣੇ ਭਾਅ ਤੇ ਵਿਕਦੀਆਂ ਇਸੇ ਰੇਟ ਦੇ ਉੱਤੇ ਵਿਕਣਗੀਆਂ। ਨੰਬਰ 2 ਅੱਗੇ ਜਾ ਕੇ ਜਦੋਂ ਕਿਸਾਨ ਦੀ ਫਸਲ ਦਾ ਰੇਟ ਨਾ ਵਟਿਆ ਗਿਆ, ਪੈਸੇ ਨਾ ਵਟੇ, ਕਿਸਾਨ ਸਿਰ ਕਰਜ਼ਾ ਵਧੇਗਾ ਹੀ ਵਧੇਗਾ। ਜਦੋਂ ਕਿਸਾਨ ਸਿਰ ਕਰਜ਼ਾਈ ਹੋਇਆ, ਕਿਸਾਨ ਨਾ ਉਹਨੂੰ ਕੋਈ ਬੈਂਕ ਕਰਜ਼ਾ ਦੇਗਾ ਨਾ ਉਹਨੂੰ ਕੋਈ ਆੜਤੀਆ ਕਰਜ਼ਾ ਦੇਗਾ। ਜਦੋਂ ਕਿਸਾਨ ਨੂੰ ਕਿਸੇ ਨੇ ਕਰਜ਼ਾ ਨਾ ਦਿੱਤਾ, ਉਸ ਤੋਂ ਬਾਅਦ ਫਿਰ ਕਾਰਪੋਰੇਟ ਲੋਕ ਆ ਕੇ ਇੱਥੇ ਐਗਰੀਕਲਚਰ ਨੂੰ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਉਹ ਇੱਥੇ ਖੇਤੀ ਕਰਨ ਦੀ ਗੱਲ ਕਰਨਗੇ ਔਰ ਉਹ ਜਿਹੜੀ ਖੇਤੀ ਕਰਨਗੇ ਉਹ ਉਹਨਾਂ ਚੀਜ਼ਾਂ ਦੇ ਉੱਤੇ ਮਤਲਬ ਪੈਸਾ ਖਰਚ ਕਰਨਗੇ ਜਿਹੜੀਆਂ ਚੀਜ਼ਾਂ ਦੇ ਜਿਵੇਂ ਸਾਡੀ ਕਣਕ ਹੈ, ਸਾਡੇ ਭਾਅ ਬੀਜ ਤੇ ਨਹੀਂ ਕਰਨਗੇ, ਉਹ ਆਪਦਾ ਸੀਡ ਦੇਣਗੇ। ਉਹਦੇ ਨਾਲ ਸਾਡਾ ਕਿਸਾਨਾਂ ਦਾ ਸੀਡ ਵੀ ਬਰਬਾਦ ਹੋਏਗਾ ਔਰ ਕਿਸਾਨ ਦੂਸਰੇ ਟਰੈਪ 'ਚ ਫਸੇਗਾ। ਉਹਦੇ ਵਿੱਚ ਜਾ ਕੇ ਕਿਸਾਨ ਨੂੰ ਜਦੋਂ ਦੁਬਾਰਾ ਘਾਟਾ ਪਿਆ, ਫਿਰ ਕਿਸਾਨ ਦੀ ਜ਼ਮੀਨ ਜਾਣੀ ਆਵਸ਼ਕ ਹੈ, ਲਾਜ਼ਮੀ ਹੈ, ਕਿਉਂਕਿ ਕਿਸਾਨ ਕਰਜ਼ਾਈ ਇੰਨਾ ਹੋ ਜਾਏਗਾ ਕਿ ਜ਼ਮੀਨ ਵੇਚਣ ਲਈ, ਜ਼ਮੀਨ ਦੇਣ ਲਈ ਮਜਬੂਰ ਹੋਏਗਾ। ਇਹ ਕਾਨੂੰਨ ਜ਼ਮੀਨ ਦੇਣ ਲਈ ਕਿਸਾਨ ਨੂੰ ਮਜਬੂਰ ਕਰਨਗੇ, ਭਾਵੇਂ ਉਹ ਕਹਿੰਦੇ ਕਲੌਜ਼ ਕਿਤੇ ਲਿਖਿਆ। ਨੰਬਰ 2 ਕੰਟਰੈਕਟ ਫਾਰਮਿੰਗ ਦੇ ਵਿੱਚ ਇੱਕ ਥਾਂ ਤੇ ਲਿਖਿਆ ਹੈ ਕਿ ਕਿਸਾਨ ਦੀ ਫਸਲ ਆਪਣਾ ਜਿਹੜੀ ਜ਼ਮੀਨ ਹੈ, ਜ਼ਮੀਨ ਦੇ ਉੱਤੇ ਕੰਸਟਰਕਸ਼ਨ ਕੀਤੀ ਜਾ ਸਕਦੀ ਹੈ, ਕੋਈ ਬਿਲਡਿੰਗ ਖੜੀ ਕੀਤੀ ਜਾ ਸਕਦੀ ਹੈ ਔਰ ਉਸ ਬਿਲਡਿੰਗ ਦੇ ਉੱਤੇ ਕਰਜ਼ਾ ਲਿਆ ਜਾ ਸਕਦਾ ਹੈ। ਤਾਂ ਜਿਹੜਾ ਉਹ ਬਿਲਡਿੰਗ ਤੇ ਕਰਜ਼ਾ ਲੈ ਗਿਆ, ਉਸ ਤੋਂ ਅੱਗੇ ਜਾ ਕੇ ਕੀ ਕਿਹਾ ਹੈ ਕਿ ਉਹਦੀ ਜਿਹੜੀ ਉਹਨੇ ਕੰਸਟਰਕਸ਼ਨ ਕੀਤੀ ਹੈ, ਅਗਰ ਉਹ ਪਲੇਨ ਕਰਕੇ ਦਿੰਦਾ ਜ਼ਮੀਨ ਤਾਂ ਠੀਕ ਹੈ, ਨਹੀਂ ਕਰਕੇ ਦਿੰਦਾ ਤਾਂ ਕੰਸਟਰਕਸ਼ਨ ਕਿਸਾਨ ਦੀ ਹੋ ਜਾਏਗੀ। ਹੁਣ 50 ਸਾਲ ਉਹ ਕੰਸਟਰਕਸ਼ਨ ਨੂੰ ਯੂਜ਼ ਕਰੇਗਾ, 50 ਸਾਲ ਦੇ ਵਿੱਚ ਉਹ ਮਿੱਟੀ ਹੋ ਜਾਏਗਾ, ਉਹ ਕਿਸੇ ਕੰਮ ਦਾ ਨਹੀਂ ਰਹੇਗਾ। ਔਰ ਜਿਹੜਾ ਉਹ 'ਤੇ ਕਰਜ਼ਾ ਹੈ ਉਹ 10 ਕਰੋੜ ਹੈ, 20 ਕਰੋੜ ਹੈ, 15 ਕਰੋੜ ਉਹਦੇ ਉੱਤੇ ਖੜਾ ਰਹੇਗਾ, ਉਸੇ ਕਰਜ਼ੇ ਦੇ ਵਿੱਚ ਕਿਸਾਨ ਦੀ ਜ਼ਮੀਨ ਜਾਏਗੀ। ਸੋ ਇੱਕ ਤਰ੍ਹਾਂ ਦਾ ਛੜਯੰਤਰ ਹੈ। ਅੱਛਾ, ਇੱਕ ਚੀਜ਼ ਹੋਰ ਇਸੇ ਕਰਕੇ ਨਾ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ। ਅੱਛਾ, ਇੱਕ ਸੰਸਦ ਦੇ ਵਿੱਚ ਹੋਰ ਚੀਜ਼ ਕਹੀ ਜਾਂਦੀ ਆ। ਅੱਛਾ, ਤੁਸੀਂ ਕਾਲੇ ਕਾਨੂੰਨ ਦਾ ਜ਼ਿਕਰ ਕੀਤਾ। ਸਮ੍ਰਿਤੀ ਇਰਾਨੀ ਦਾ ਬਿਆਨ ਹੈ ਸੰਸਦ ਦੇ ਵਿੱਚ, ਉਹ ਕਹਿੰਦੇ ਆ ਕਿ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤੇ ਆ, ਰਾਹੁਲ ਗਾਂਧੀ ਦੇ ਉੱਤੇ ਤੰਜ ਕੱਸਿਆ ਕਰਦੇ ਆ। ਕਹਿੰਦੇ ਕਿ ਇਹ ਉਹਨੂੰ ਕਾਲੇ ਕਾਨੂੰਨ ਕਹਿ ਰਹੇ ਆ ਜੋ ਕਿ ਪਾਰਲੀਮੈਂਟ ਦੇ ਵਿੱਚੋਂ ਪਾਸ ਹੋਏ ਆ। ਸਮ੍ਰਿਤੀ ਇਰਾਨੀ ਨੇ ਕਿਹਾ। ਦੇਖੋ ਜਿਹਦਾ ਬਹੁਮਤ ਹੈ ਉਹ ਜੋ ਮਰਜ਼ੀ ਕਰੇ। ਨੰਬਰ 2 ਜਿਹੜਾ ਰਾਜ ਸਭਾ ਦੇ ਵਿੱਚ ਜਿਹੜਾ ਕਾਨੂੰਨ ਜਦੋਂ ਪਾਸ ਹੋ ਰਿਹਾ ਹੈ, ਉਦੋਂ ਪ੍ਰੋਪਰ ਸਿਸਟਮ ਦੇ ਰਾਹੀਂ ਕਾਨੂੰਨ ਪਾਸ ਨਹੀਂ ਹੋਇਆ। ਉੱਥੇ ਜਦੋਂ ਕਾਨੂੰਨ ਪਾਸ ਹੁੰਦਾ ਹੈ ਉਦੋਂ ਵਾਇਸ ਦੀ ਵੋਟਿੰਗ ਦੇ ਉੱਤੇ ਪਾਸ ਹੁੰਦਾ ਹੈ, ਜਦੋਂ ਕਿ ਓਰੀਜਨਲ ਤਰੀਕਾ ਹੈ ਕਿ ਕਾਨੂੰਨ ਜਿਸ ਤਰੀਕੇ ਦੇ ਨਾਲ ਪਾਸ ਹੋਣਾ ਚਾਹੀਦਾ ਉਸ ਤਰੀਕੇ ਦੇ ਨਾਲ ਕਾਨੂੰਨ ਪਾਸ ਹੀ ਨਹੀਂ ਹੋਇਆ। ਅੱਛਾ, ਇੱਕ ਚੀਜ਼ ਹੋਰ ਮੈਨੂੰ ਪੁੱਛਣੀ ਹੈ ਤੁਹਾਡੇ ਕੋਲ। ਵਾਕਆਊਟ ਕੀਤਾ ਸੰਸਦ ਦੇ ਵਿੱਚੋਂ ਕਾਂਗਰਸ ਪਾਰਟੀ ਨੇ। ਇੱਥੋਂ ਤੱਕ ਕਿ ਰਾਹੁਲ ਗਾਂਧੀ ਨੇ ਕੱਲ ਇਹ ਵੀ ਕਹਿ ਦਿੱਤਾ ਸੰਸਦ ਦੇ ਵਿੱਚ ਕਿ ਹਮ ਦੋ ਹਮਾਰੇ ਦੋ। ਇਹਦਾ ਅਰਥ ਕੀ ਸਮਝਦੇ ਹੋ? ਵਾਕਆਊਟ ਦੇ ਉੱਤੇ ਉਗਰਾਹਾਂ ਸਾਹਿਬ ਕਹਿੰਦੇ ਆ ਕਿ ਵਾਕਆਊਟ ਨਹੀਂ ਕਰਨਾ ਚਾਹੀਦਾ, ਵਾਕਆਊਟ ਕਰੋਗੇ ਤਾਂ ਸਾਹਮਣੇ ਵਾਲੀ ਸਰਕਾਰ ਜਿਹੜੀ ਉਹ ਸਮਝੇਗੀ ਕਿ ਅਸੀਂ ਆਪਣੀ ਮਨਮਰਜ਼ੀ ਕਰ ਸਕਦੇ ਹਾਂ। ਠੀਕ ਹੈ ਗੱਲ ਇਹ, ਮੈਂ ਵੀ ਇਸ ਗੱਲ ਦਾ ਹਮਾਇਤੀ ਹਾਂ ਕਿ ਜਿਹੜਾ ਵਾਕਆਊਟ ਕਰਨਾ ਹੈ ਨਾ, ਉਹ ਵਿਰੋਧੀ ਨੂੰ ਆਪਦੀ ਮਰਜ਼ੀ ਕਰਨ ਦਾ ਮੌਕਾ ਦੇਣਾ ਹੈ। ਅਗਰ ਉਹ ਵਾਕਆਊਟ ਕਰਨ ਦੀ ਬਜਾਏ ਅੰਦਰ ਬਹਿ ਕੇ ਉਹਦਾ ਵਿਰੋਧ ਕਰਨਾ ਬਣਦਾ ਹੈ, ਉਹਦੇ ਹਰ ਗੱਲ ਦਾ ਸਵਾਲ ਦਾ ਜਵਾਬ ਦੇਣਾ ਬਣਦਾ ਹੈ, ਉਹਨਾਂ ਦੇ ਉੱਤੇ ਕੁਐਸਚਨਿੰਗ ਕਰਨੀ ਬਣਦੀ ਹੈ, ਨਾ ਕਿ ਵਾਕਆਊਟ ਕਰਕੇ ਬਾਹਰ ਜਾਣਾ। ਵਾਕਆਊਟ ਕਰਨਾ ਆਪਣੇ ਆਪ ਨੂੰ ਕਮਜ਼ੋਰੀ ਸਾਬਤ ਕਰਨਾ ਹੈ।
ਔਰ ਵਾਕਆਊਟ ਉਹਨਾਂ ਨੂੰ ਸਾਡੇ ਵਿਰੋਧੀ ਧਿਰ ਨੂੰ ਨਹੀਂ ਕਰਨੀ ਚਾਹੀਦੀ ਸੀ। ਇੱਕ ਆਖਰੀ ਸਵਾਲ, ਰਾਜ ਸਭਾ ਦੇ ਵਿੱਚ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਇਹ ਕਹਿੰਦੇ ਪਏ ਆ ਤੇ ਲੋਕ ਸਭਾ 'ਚ ਵੀ ਇਹ ਕਹਿੰਦੇ ਪਏ ਆ ਕਿ ਬਜਟ 70 ਆ, ਬਜਟ ਦੇ ਉੱਤੇ ਗੱਲਬਾਤ ਕਰੋ। ਇਹ ਵਾਰ-ਵਾਰ ਇਹਦੇ ਉੱਤੇ ਜ਼ੋਰ ਕਿਉਂ ਪਾਉਂਦੇ ਪਏ ਆ? ਜਦ ਕਿ ਗੱਲ ਹੋ ਸਕਦੀ ਹੈ, ਜਿਸ ਚੀਜ਼ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਕਿਸਾਨ ਇੱਕ ਜੋ ਇਹੋ ਜਿਹਾ ਮੁੱਦਾ ਹੈ, ਉਹ ਸਰਕਾਰ ਦਾ ਇੱਕ ਇਹੋ ਜਿਹਾ ਜ਼ਰੂਰੀ ਮੁੱਦਾ ਬਣ ਚੁੱਕਿਆ ਹੈ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਬੁਖਲਾਈਆਂ ਹੋਈਆਂ, ਪਰ ਇਹ ਗੱਲ ਕਿਉਂ ਵਾਰ-ਵਾਰ ਕਹੀ ਜਾਂਦੀ ਹੈ ਕਿ ਬਜਟ 70 ਹੈ, ਬਜਟ ਦੇ ਉੱਤੇ ਗੱਲ ਕਰੋ? ਦੇਖੋ ਗੱਲ ਇਹੀ ਹੈ ਕਿ ਬਾਹਰ ਬੈਠਾ ਕਿਸਾਨ ਸਰਕਾਰ ਨੂੰ ਦਿਸ ਨਹੀਂ ਰਿਹਾ, ਤਾਂ ਬਜਟ ਦੀ ਇਹਦੀ ਦੁਹਾਈ ਪਿੱਟੀ ਜਾ ਰਹੀ ਹੈ। ਮੈਂ ਕਹੂੰਗਾ ਕਿ ਬਜਟ ਦੀ ਗੱਲ ਇੱਥੇ ਨਹੀਂ ਕਰਨੀ ਚਾਹੀਦੀ, ਔਰ ਜਿਹੜੀ ਆਵਾਜ਼ ਕਿਸਾਨ ਕਹਿ ਰਿਹਾ ਹੈ ਉਹਦੀ ਕਿਸਾਨ ਦੀ ਆਵਾਜ਼ ਅੰਦਰ ਉਠਾਈ ਜਾ ਰਹੀ ਹੈ, ਤਾਂ ਉਹ ਮੈਂ ਕਹੂੰਗਾ ਕਿ ਬਹੁਤ ਵਧੀਆ ਗੱਲ ਹੈ ਔਰ ਉਹਦੇ ਉੱਤੇ ਮਤਲਬ ਉਠਾਉਣਾ ਚਾਹੀਦਾ ਹੈ। ਔਰ ਉਹ ਕਿਸਾਨ ਦੀ ਆਵਾਜ਼ ਜ਼ੋਰ ਦੇ ਕੇ ਮਤਲਬ ਅੰਦਰ ਉੱਠਣੀ ਚਾਹੀਦੀ ਹੈ, ਔਰ ਉਹ ਉੱਠ ਵੀ ਰਹੀ ਹੈ। ਜ਼ੋਰ ਦੇ ਕੇ ਕਿਸਾਨ ਦੀ ਆਵਾਜ਼ ਅੰਦਰ ਉੱਠਣੀ ਚਾਹੀਦੀ ਹੈ, ਉੱਠਦੀ ਵੀ ਪਈ ਹੈ। ਡੱਲੇਵਾਲ ਸਾਹਿਬ ਦਾ ਸਾਫ਼-ਸਾਫ਼ ਕਹਿਣਾ। ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਮੇਰੇ ਸਹਿਯੋਗੀ ਸੁਖਵਿੰਦਰ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।